ਡੇ ਟੂ ਡੇ ਨਿਊਜ਼ ਇੰਡੀਆ ਦੇਖ ਰਹੇ ਹੋ ਤੁਸੀਂ। ਮੈਂ ਤੁਹਾਡੇ ਨਾਲ ਦਿਵਾਂਸ਼ੂ। ਸਾਰਾ ਚੈਨਲ ਤੁਹਾਡੇ ਨਾਲ ਵਾਅਦਾ ਕਰਦਾ ਹੈ ਨਿਰਪੱਖਤਾ ਨਾਲ ਪੱਤਰਕਾਰੀ ਦਾ ਕਰਾਂਗੇ, ਸਟੀਕਤਾ ਦੇ ਨਾਲ ਤੁਹਾਨੂੰ ਹਰ ਇੱਕ ਖਬਰ ਦਿਖਾਵਾਂਗੇ। ਸਾਰੇ ਚੈਨਲ ਦਾ ਕੋਈ ਵੀ ਪੱਤਰਕਾਰ ਨਾ ਕਿਸੇ ਤੋਂ ਕੋਈ ਤੋਹਫਾ ਲਵੇਗਾ, ਨਾ ਇਸ਼ਤਿਹਾਰ, ਨਾ ਹੀ ਕਰੇਗਾ ਕਿਸੇ ਨੂੰ ਬਲੈਕਮੇਲ। ਅਸੀਂ ਹਮੇਸ਼ਾ ਕੋਸ਼ਿਸ਼ ਕਰਦੇ ਹਾਂ ਵੀ ਅਸੀਂ ਦੱਬੇ ਕੁਚਲੇ ਲੋਕਾਂ ਦੀ ਆਵਾਜ਼ ਬਣੀਏ। ਇਸ ਨਾਲ ਅਸੀਂ ਕਿਸੇ ਵੀ ਇਸ ਤਰ੍ਹਾਂ ਦੇ ਵਿਅਕਤੀ ਦੀ ਖਬਰ ਨਹੀਂ ਚਲਾਵਾਂਗੇ ਜੋ ਕਿ ਭੋਲੇ ਭਾਲੇ ਲੋਕਾਂ ਨੂੰ ਠੱਗਦਾ ਹੋਵੇ। ਇਸ ਨਾਲ ਸਾਡੇ ਚੈਨਲ ਦਾ ਮਕਸਦ ਹੋਵੇਗਾ ਲੋਕਤੰਤਰ ਦੇ ਚੌਥੇ ਥੰਮ ਨੂੰ ਲੋਕਾਂ ਦੀਆਂ ਨਜ਼ਰਾਂ ਦੇ ਸਾਹਮਣੇ ਮੁੜ ਤੋਂ ਮਜ਼ਬੂਤ ਕਰਨਾ। 12 ਜਨਵਰੀ 2026 ਯਾਨੀ ਕਿ ਅੱਜ ਇੰਡੀਆ ਦੇ ਸਪੇਸ ਕੈਲੰਡਰ ਵਿੱਚ ਇੱਕ ਬਹੁਤ ਹੀ ਇੰਪੋਰਟੈਂਟ ਤੇ ਮਹੱਤਵਪੂਰਨ ਦਿਨ ਹੋਣਾ ਸੀ। ਸਵੇਰ 10:18 ਤੇ ਇੰਡੀਅਨ ਸਟੈਂਡਰਡ ਟਾਈਮ ਦੇ ਅਕੋਰਡਿੰਗ ਜਦੋਂ 44.4 ਮੀਟਰ ਲੰਬਾ ਪੋਲਰ ਸੈਟੇਲਾਈਟ ਲਾਂਚ ਵਹੀਕਲ ਯਾਨੀ PSLV C62 ਸ਼੍ਰੀ ਹਰੀਕੋਟਾ ਦੇ ਸਤੀਸ਼ ਧਵਨ ਸਪੇਸ ਸੈਂਟਰ ਦੇ ਪਹਿਲੇ ਲਾਂਚ ਪੈਡ ਤੋਂ ਅਸਮਾਨ ਵੱਲ ਉੜਿਆ ਤਾਂ ਇਹ ਸਿਰਫ ਇੱਕ ਲਾਂਚ ਨਹੀਂ, ਇਹ ਇਸਰੋ ਦੀ ਲੈਗੇਸੀ ਦਾ ਇੱਕ ਹੋਰ ਚੈਪਟਰ ਬਣਨਾ ਸੀ। ਇਹ PSLV ਦੀ 64ਵੀਂ ਫਲਾਈਟ ਸੀ ਤੇ ਨਾਲ ਹੀ PSLV DL ਵੇਰੀਐਂਟ ਦੀ 5ਵੀਂ ਮਿਸ਼ਨ। ਮਤਲਬ ਐਕਸਪੀਰੀਅੰਸ ਵਿੱਚ ਕੋਈ ਕਮੀ ਨਹੀਂ ਸੀ, ਕੌਨਫੀਡੈਂਸ ਪੀਕ ਤੇ ਸੀ। ਰੌਕੇਟ ਜਿਵੇਂ ਹੀ ਲਾਂਚ ਪੈਡ ਛੱਡ ਕੇ ਉੱਪਰ ਉੱਡਿਆ, ਪੂਰਾ ਸੀਕੁਐਂਸ ਬਿਲਕੁਲ ਟੈਕਸਟ ਬੁੱਕ ਸਟਾਈਲ ਚੱਲਦਾ ਰਿਹਾ। ਬੂਸਟਰਸ ਟਾਈਮ ਤੇ ਸੈਪਰੇਟ ਹੋਏ, ਟ੍ਰੈਜੈਕਟਰੀ ਪਰਫੈਕਟ ਲੱਗ ਰਹੀ ਸੀ। ਕੰਟਰੋਲ ਰੂਮ ਵਿੱਚ ਸਾਇੰਟਿਸਟਸ ਦੇ ਚਿਹਰੇ ਤੇ ਰਾਹਤ ਸੀ। ਦੇਸ਼ ਭਰ ਵਿੱਚ ਲਾਈਵ ਟੈਲੀਕਾਸਟ ਚੱਲ ਰਿਹਾ ਸੀ। ਪਰ ਜਿਵੇਂ ਹੀ ਰੌਕੇਟ ਆਪਣੇ ਤੀਜੇ ਸਟੇਜ ਯਾਨੀ PS3 ਵਿੱਚ ਐਂਟਰ ਹੋਇਆ, ਉੱਥੇ ਹੀ ਕਹਾਣੀ ਬਦਲ ਗਈ। ਇਸਰੋ ਬਾਅਦ ਦੇ ਵਿੱਚ ਕਨਫਰਮ ਕਰਦਾ ਹੈ ਕਿ PS3 ਸਟੇਜ ਵਿੱਚ ਪਰਫਾਰਮੈਂਸ ਡਿਸਟਰਬੈਂਸ ਆਈ। ਚੈਂਬਰ ਪ੍ਰੈਸ਼ਰ ਜੋ ਇੰਜਨ ਨੂੰ ਜਾਣ ਦਿੰਦਾ ਹੈ, ਉਹ ਐਕਸਪੈਕਟਡ ਲੈਵਲ ਤੱਕ ਨਹੀਂ ਪਹੁੰਚ ਪਾਇਆ। ਰਿਜ਼ਲਟ ਇਹ ਹੋਇਆ ਕਿ ਰੌਕੇਟ ਨੂੰ ਜੋ ਥਰਸਟ ਚਾਹੀਦੀ ਸੀ ਉਹ ਮਿਲੀ ਨਹੀਂ। ਥੋੜੀ ਹੀ ਦੇਰ ਦੇ ਵਿੱਚ ਟੈਲੀਮੈਟਰੀ ਸਕਰੀਨ ਨੇ ਸਿਗਨਲ ਦੇਣਾ ਸ਼ੁਰੂ ਕਰ ਦਿੱਤਾ ਕਿ ਵਹੀਕਲ ਆਪਣੀ ਪਲੈਨਡ ਫਲਾਈਟ ਪਾਥ ਤੋਂ ਡੈਵੀਏਟ ਕਰ ਰਿਹਾ ਹੈ, ਯਾਨੀ ਕਿ ਜਿਹੜੇ ਰਸਤੇ ਤੇ ਉਹਨੇ ਜਾਣਾ ਸੀ ਉਸ ਤੋਂ ਡਾਇਵਰਟ ਹੋ ਗਿਆ, ਉਸ ਤੋਂ ਅਲੱਗ ਚੱਲਣ ਲੱਗ ਗਿਆ ਰੌਕੇਟ, ਯਾਨੀ ਅਲੱਗ ਤੁਰਨ ਲੱਗ ਗਿਆ। ਸਿਰਫ 8 ਮਿੰਟ ਬਾਅਦ ਮਿਸ਼ਨ ਪ੍ਰੈਕਟੀਕਲੀ ਹੱਥਾਂ ਦੇ ਵਿੱਚੋਂ ਨਿਕਲ ਚੁੱਕਾ ਸੀ। ਇਸ ਮਿਸ਼ਨ ਦੀ ਸਭ ਤੋਂ ਵੱਡੀ ਜਾਣ ਸੀ EOS-N1, ਜਿਹਨੂੰ ਅਨਵੇਸ਼ਾ ਵੀ ਕਹਿੰਦੇ ਨੇ। ਇਹ ਕੋਈ ਆਮ ਅਰਥ ਆਬਜ਼ਰਵੇਸ਼ਨ ਸੈਟੇਲਾਈਟ ਨਹੀਂ ਸੀ, ਇਹ ਹਾਈਪਰ ਸਪੈਕਟਰਲ ਸਰਵੇਲੈਂਸ ਸੈਟੇਲਾਈਟ ਸੀ ਜੋ ਐਡਵਾਂਸਡ ਮੋਨੀਟਰਿੰਗ ਲਈ ਡਿਜ਼ਾਈਨ ਕੀਤੀ ਗਈ ਸੀ। ਅਨਵੇਸ਼ਾ 100 ਸਪੈਕਟਰਲ ਬੈਂਡਸ ਵਿੱਚ ਡੇਟਾ ਕੈਪਚਰ ਕਰਦੀ ਹੈ। ਮਤਲਬ ਸਿਰਫ ਫੋਟੋ ਨਹੀਂ ਬਲਕਿ ਹਰ ਚੀਜ਼ ਦੀ ਸਾਇੰਟੀਫਿਕ ਪਛਾਣ। ਜੰਗਲ ਵਿੱਚ ਕੈਮੋਫਲਾਜ, ਜ਼ਮੀਨ ਵਿੱਚ ਛੁਪੀ ਐਕਟੀਵਿਟੀ, ਐਗਰੀਕਲਚਰ ਪੈਟਰਨ, ਸਭ ਕੁਝ ਇਹ ਸੈਟੇਲਾਈਟ ਡੀਕੋਡ ਕਰ ਸਕਦੀ ਸੀ। ਡਿਫੈਂਸ ਪੁਆਇੰਟ ਆਫ ਵਿਊ ਤੋਂ ਇਹ ਇੰਡੀਆ ਲਈ ਇੱਕ ਸਟ੍ਰੈਟੇਜਿਕ ਸੁਪਰ ਆਈ ਸੀ। ਪਰ ਅਨਵੇਸ਼ਾ ਇਕਲੌਤਾ ਪੇਲੋਡ ਨਹੀਂ ਸੀ। ਇਹ ਮਿਸ਼ਨ ਅਸਲ ਦੇ ਵਿੱਚ ਟੈਕਨੋਲੋਜੀ ਡੈਮੋਨਸਟ੍ਰੇਸ਼ਨ ਦਾ ਮਿਨੀ ਸਪੇਸ ਈਕੋਸਿਸਟਮ ਸੀ। ਇੰਡੀਆ ਤੇ ਫੋਰਨ ਕੰਟਰੀਜ਼ ਤੋਂ ਆਏ ਪੇਲੋਡਸ ਇਸ ਰੌਕੇਟ ਵਿੱਚ ਨਾਲ ਜਾ ਰਹੇ ਸਨ। ਇਨ ਆਰਬਿਟ AI processing, store and forward communication system, Internet of Things services, radiation measurement ਤੇ agricultural data collection ਤੱਕ ਸਭ ਕੁਝ ਇਸ ਇੱਕ ਹੀ ਲਾਂਚ ਵਿੱਚ ਕਲੱਬ ਕੀਤਾ ਗਿਆ ਸੀ। ਇਸ ਮਿਸ਼ਨ ਦਾ ਇੱਕ ਹੋਰ ਬਹੁਤ ਹੀ ਫਿਊਚਰਿਸਟਿਕ ਪੇਲੋਡ ਸੀ IOISAT, ਜੋ ਬੰਗਲੁਰੂ ਬੇਸਡ ਸਟਾਰਟਅਪ ਆਰਬਿਟ ਏਡ ਐਰੋਸਪੇਸ ਨੇ ਡਿਵੈਲਪ ਕੀਤਾ। IOISAT ਇੰਡੀਆ ਦੀ ਪਹਿਲੀ ਕੋਸ਼ਿਸ਼ ਸੀ ਔਨ ਆਰਬਿਟ ਰੀਫਿਊਲਿੰਗ ਦੀ, ਮਤਲਬ ਸਪੇਸ ਵਿੱਚ ਹੀ ਸੈਟੇਲਾਈਟ ਨੂੰ ਫਿਊਲ ਦੇਣਾ। ਜੋ ਸੈਟੇਲਾਈਟ ਵੀਕ ਹੋ ਜਾਵੇ ਤਾਂ ਉਹ ਡੈਡ ਸੈਟੇਲਾਈਟ ਬਣ ਕੇ ਸਪੇਸ ਜੰਕ ਨਹੀਂ ਬਣੇਗਾ, ਬਲਕਿ ਆਰਬਿਟ ਵਿੱਚ ਹੀ ਸਰਵਿਸ ਹੋ ਜਾਏਗਾ। ਇਹ ਟੈਕਨੋਲੋਜੀ ਫਿਊਚਰ ਵਿੱਚ ਸੈਟੇਲਾਈਟ ਲਾਈਫ ਟਾਈਮਸ ਡਬਲ ਕਰ ਸਕਦੀ ਹੈ ਤੇ ਸਸਟੇਨੇਬਲ ਸਪੇਸ ਆਬਜ਼ਰਵੇਸ਼ਨ ਲਈ ਬਹੁਤ ਜ਼ਰੂਰੀ ਮੰਨੀ ਜਾ ਰਹੀ ਹੈ। ਨਾਲ ਹੀ ਇਸ ਮਿਸ਼ਨ ਵਿੱਚ ਇੱਕ ਯੂਰੋਪੀਅਨ ਟੈਕਨੋਲੋਜੀ ਡੈਮੋਨਸਟ੍ਰੇਟਰ ਵੀ ਸੀ, ਕਿਡ ਰੀ-ਐਂਟਰੀ ਕੈਪਸੂਲ, ਜੋ ਸਪੈਨਿਸ਼ ਸਟਾਰਟਅਪ ਦੇ ਨਾਲ ਕੋਲੈਬੋਰੇਸ਼ਨ ਵਿੱਚ ਡਿਵੈਲਪ ਹੋਇਆ। ਪਲਾਨ ਇਹ ਸੀ ਕਿ ਇਹ ਕੈਪਸੂਲ PSLV ਦੇ 4th ਸਟੇਜ ਤੋਂ ਸੈਪਰੇਟ ਹੋ ਕੇ ਕੰਟਰੋਲਡ ਤਰੀਕੇ ਨਾਲ ਐਟਮੋਸਫੇਅਰ ਵਿੱਚ ਰੀ-ਐਂਟਰ ਕਰੇ ਤੇ ਸਾਊਥ ਪੈਸੀਫਿਕ ਓਸ਼ੀਅਨ ਵਿੱਚ ਸਪਲੈਸ਼ ਡਾਊਨ ਕਰੇ। ਇਸ ਟੈਸਟ ਦਾ ਗੋਲ ਸੀ ਫਿਊਚਰ ਵਿੱਚ ਸੇਫ ਰੀ-ਐਂਟਰੀ ਟੈਕਨੋਲੋਜੀਜ਼ ਵੈਲੀਡੇਟ ਕਰਨਾ, ਜੋ ਸਪੇਸ ਕਾਰਗੋ ਤੇ ਸੈਂਪਲ ਰਿਟਰਨ ਮਿਸ਼ਨਸ ਲਈ ਬਹੁਤ ਇੰਪੋਰਟੈਂਟ ਸੀ। ਇਸ ਤੋਂ ਇਲਾਵਾ ਕਈ ਕਿਊਬਸੈਟਸ ਤੇ ਸਮੋਲ ਸੈਟੇਲਾਈਟਸ ਵੀ ਇਸ ਫਲਾਈਟ ਦੇ ਹਿੱਸਾ ਸਨ। ਧਰੁਵਾ ਸਪੇਸ ਦਾ CGUSAT, ਯੂਨੀਵਰਸਿਟੀਜ਼ ਤੇ ਸਟਾਰਟਅਪਸ ਦੇ ਪੇਲੋਡਸ ਤੇ ਨਾਲ ਹੀ ਇੰਟਰਨੈਸ਼ਨਲ ਪੈਟਰਨਸ ਦੇ ਸੈਟੇਲਾਈਟਸ, ਇਹ ਸਭ ਕਮਿਊਨੀਕੇਸ਼ਨ, LOT ਤੇ ਅਰਥ ਆਬਜ਼ਰਵੇਸ਼ਨ ਰਿਸਰਚ ਲਈ ਡਿਜ਼ਾਈਨ ਕੀਤੇ ਗਏ ਸਨ। ਮਤਲਬ PSLV C
62 ਸਿਰਫ ਇਸਰੋ ਦਾ ਮਿਸ਼ਨ ਨਹੀਂ ਸੀ, ਇਹ ਗਲੋਬਲ ਕੋਲੈਬੋਰੇਸ਼ਨ ਦਾ ਸਿੰਬਲ ਵੀ ਸੀ। ਪਰ ਜਿਵੇਂ ਹੀ PS3 ਸਟੇਜ ਨੇ ਧੋਖਾ ਦਿੱਤਾ, ਇਹ ਸਾਰੀ ਪਲੈਨਿੰਗ ਹਵਾ ਵਿੱਚ ਉੱਡ ਗਈ। ਰੌਕੇਟ ਨੇ ਅਨਐਕਸਪੈਕਟਡ ਰੋਲ ਮੋਸ਼ਨ ਦਿਖਾਈ, ਜਿਵੇਂ ਕੋਈ ਟੌਪ ਆਪਣਾ ਬੈਲੈਂਸ ਖੋ ਰਿਹਾ ਹੋਵੇ। ਸਪੇਸ ਵਿੱਚ ਜਦੋਂ ਸਪੀਡ ਹਜ਼ਾਰਾਂ ਕਿਲੋਮੀਟਰ ਪਰ ਆਰ ਹੁੰਦੀ ਹੈ, ਉੱਥੇ ਇੱਕ ਛੋਟੀ ਜੀ ਇਨਸਟੇਬਿਲਿਟੀ ਵੀ ਮਿਸ਼ਨ ਨੂੰ ਇਰਰਿਵਰਸਿਬਲ ਫੇਲ ਕਰ ਸਕਦੀ ਹੈ। ਰਿਜ਼ਲਟ, ਸੈਟੇਲਾਈਟ ਆਰਬਿਟ ਵਿੱਚ ਪਲੇਸ ਨਹੀਂ ਹੋ ਸਕੇ। ਇਸਰੋ ਚੇਅਰਮੈਨ ਵੀ ਨਾਰਾਇਣਨ ਨੇ ਬਾਅਦ ਦੇ ਵਿੱਚ ਸਪਸ਼ਟ ਕਿਹਾ ਕਿ ਸ਼ੁਰੂ ਦੇ ਸਟੇजेस ਬਿਲਕੁਲ ਨੋਮੀਨਲ ਸਨ, ਪਰ ਥਰਡ ਸਟੇਜ ਰਿਕਵਾਇਰਡ ਥਰਸਟ ਨਹੀਂ ਦੇ ਪਾਇਆ। ਹੁਣ ਸਾਰਾ ਫੋਕਸ ਫੇਲੀਅਰ ਐਨਾਲਿਸਿਸ ਕਮੇਟੀ ਤੇ ਹੈ, ਜੋ ਹਰ ਸੈਂਸਰ, ਹਰ ਡੇਟਾ ਪੈਕੇਟ, ਹਰ ਵਾਈਬ੍ਰੇਸ਼ਨ ਰੀਡਿੰਗ ਨੂੰ ਮਾਈਕਰੋਸਕੋਪ ਨਾਲ ਦੇਖੇਗੀ। ਇਹ ਮਿਸ਼ਨ ਵੈਸੇ ਵੀ ਸਪੈਸ਼ਲ ਸੀ ਕਿਉਂਕਿ ਇਹ ਮਈ 2025 ਦੇ PSLV C61 ਫੇਲੀਅਰ ਤੋਂ ਬਾਅਦ PSLV ਦੀ ਰਿਟਰਨ ਟੂ ਫਲਾਈਟ ਮਿਸ਼ਨ ਸੀ। ਉਸ ਟਾਈਮ ਵੀ ਥਰਡ ਸਟੇਜ ਵਿੱਚ ਹੀ ਇਸ਼ੂ ਆਇਆ ਸੀ। ਇਸਰੋ ਨੇ ਉਸ ਫੇਲੀਅਰ ਤੋਂ ਬਾਅਦ ਡੀਟੇਲਡ ਰਿਵਿਊ ਕੀਤੀ, FAC ਬਣਾਈ, ਕਰੈਕਟਿਵ ਮੇਜਰਸ ਇੰਪਲੀਮੈਂਟ ਕੀਤੇ, ਪਰ ਹੁਣ ਜਦੋਂ ਇੱਕ ਵਾਰ ਫਿਰ PS3 ਸਟੇਜ ਹੀ ਸਸਪੈਕਟ ਬਣ ਰਿਹਾ ਹੈ, ਤਾਂ ਸਵਾਲ ਸਿਰਫ ਗਲਿਚ ਦਾ ਨਹੀਂ ਬਲਕਿ ਡਿਜ਼ਾਈਨ ਫਿਲਾਸਫੀ ਦੇ ਵੀ ਉੱਠ ਰਿਹਾ ਹੈ। PSLV ਦੀ ਹਿਸਟਰੀ ਲਗਭਗ 30 ਸਾਲ ਦੀ ਕਲੀਨ ਰੈਪੂਟੇਸ਼ਨ ਰਹੀ ਹੈ। ਚੰਦਰਯਾਨ 1, ਮਾਰਸ ਆਰਬਿਟਰ ਮਿਸ਼ਨ, ਆਦਿਤਿਆ L1 ਸਭ ਇਸ ਵਰਕਹੋਰਸ ਨੇ ਉਠਾਏ ਨੇ। ਪਰ ਹਰ ਮਸ਼ੀਨ ਦੀ ਤਰ੍ਹਾਂ ਇਹ ਵੀ ਏਜਿੰਗ ਫੇਜ਼ ਵਿੱਚ ਹੈ, ਜਿੱਥੇ ਅਪਗ੍ਰੇਡਸ ਅਨਅਵੋਇਡੇਬਲ ਹੋ ਜਾਂਦੇ ਨੇ। ਇਸ ਫੇਲੀਅਰ ਨੇ ਇੰਡੀਆ ਦੇ 2026 ਸਪੇਸ ਰੋਡ ਮੈਪ ਤੇ ਟੈਂਪਰੇਰੀ ਬ੍ਰੇਕ ਫਿਲਹਾਲ ਦੇ ਲਈ ਲਗਾ ਦਿੱਤੀ ਹੈ। ਹੁਣ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਅਨਵੇਸ਼ਾ, IOIS-AT, ਕਿਡ ਕੈਪਸੂਲ ਤੇ ਬਾਕੀ ਪੇਲੋਡ ਦਾ ਕੀ ਬਣਿਆ। ਐਕਸਪਰਟਸ ਕਹਿੰਦੇ ਨੇ ਕਿ ਚਾਂਸਸ ਜ਼ਿਆਦਾ ਨੇ ਕਿ ਇਹ ਪੇਲੋਡ ਐਟਮੋਸਫੇਅਰ ਵਿੱਚ ਰੀ-ਐਂਟਰ ਕਰਕੇ ਬਰਨ ਹੋ ਗਏ ਹੋਣ। ਮਤਲਬ ਸਾਲਾਂ ਦੀ ਰਿਸਰਚ, ਸਟਾਰਟਅਪ ਦੀ ਉਮੀਦ, ਸਾਇੰਟਿਸਟ ਦੀ ਮਿਹਨਤ ਸਭ ਇੱਕ ਪਲ ਵਿੱਚ ਖਤਮ। ਪਰ ਸਪੇਸ ਸਾਇੰਸ ਵਿੱਚ ਫੇਲੀਅਰ ਐਂਡ ਨਹੀਂ ਹੁੰਦਾ, ਫੇਲੀਅਰ ਫਾਊਂਡੇਸ਼ਨ ਹੁੰਦਾ ਹੈ। ਇਸਰੋ ਦੀ ਤਾਕਤ ਹੀ ਇਹ ਰਹੀ ਹੈ ਕਿ ਉਹ ਸੈਟਬੈਕ ਤੋਂ ਘਬਰਾਉਂਦਾ ਨਹੀਂ। ਹੁਣ PSLV C62 ਦਾ ਡੇਟਾ ਫਿਊਚਰ ਲਾਂਚਸ ਨੂੰ ਸੇਫਰ, ਸਮਾਰਟਰ ਤੇ ਸਟਰੋਂਗਰ ਬਣਾਏਗਾ। ਅਗਲਾ ਕਾਊਂਟਡਾਊਨ ਕਦ ਹੋਵੇਗਾ, ਇਹ ਵਕਤ ਦੱਸੇਗਾ। ਪਰ ਇਹ ਪੱਕਾ ਹੈ ਕਿ ਇਸਰੋ ਇਸ ਫੇਲੀਅਰ ਨੂੰ ਸਿਰਫ ਐਕਸੈਪਟ ਨਹੀਂ ਕਰੇਗਾ, ਬਲਕਿ ਡਿਫੀਟ ਨੂੰ ਡਿਜ਼ਾਈਨ ਲੈਸਨ ਬਣਾ ਕੇ ਵਾਪਸ ਆਏਗਾ। ਸਪੇਸ ਰੇਸ ਵਿੱਚ ਜਿੱਤ ਸਿਰਫ ਆਰਬਿਟ ਤੱਕ ਪਹੁੰਚਣ ਦੀ ਨਹੀਂ ਹੁੰਦੀ, ਜਿੱਤ ਹੁੰਦੀ ਹੈ ਹਰ ਕ੍ਰੈਸ਼ ਤੋਂ ਬਾਅਦ ਫਿਰ ਲਾਂਚ ਕਰਨ ਦੀ ਹਿੰਮਤ। ਤੁਸੀਂ ਇਸ ਬਾਰੇ ਕੀ ਕੁਝ ਕਹਿਣਾ ਚਾਹੋਗੇ, ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸ ਸਕਦੇ ਹੋ। ਇਸੇ ਤਰੀਕੇ ਨਾਲ ਦੇਸ਼ ਤੇ ਦੁਨੀਆ ਦੀ ਹਰ ਛੋਟੀ ਤੇ ਵੱਡੀ तमाम ਖਬਰਾਂ ਜਾਣਨ ਦੇ ਲਈ ਤੁਸੀਂ ਬਣੇ ਰਹੋ ਡੇ ਟੂ ਡੇ ਨਿਊਜ਼ ਇੰਡੀਆ ਦੇ ਨਾਲ। ਮੈਨੂੰ ਦਿਓ ਇਜਾਜ਼ਤ ਤੇ ਸਾਨੂੰ ਹਰ ਕਿਸੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਲਾਈਕ, ਸ਼ੇਅਰ ਤੇ ਸਬਸਕ੍ਰਾਈਬ ਕਰਨਾ ਬਿਲਕੁਲ ਵੀ ਨਾ ਭੁੱਲਿਓ।